ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਦੋਵੇਂ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਜਦੋਂ ਉਸ ਵਹੀਰ ਦੇ ਨਾਲੋਂ ਵਿਛੜੇ, ਜਥੇ ਦੇ ਨਾਲੋਂ ਵਿਛੜੇ, ਅਤੇ ਮਾਤਾ ਜੀ ਅਤੇ ਸਾਹਿਬਜ਼ਾਦੇ ਇੱਕ ਜੰਗਲ ਦੇ ਰਸਤੇ ਪੈ ਗਏ। ਪਹਿਲੀ ਰਾਤ ਕੁੰਮਾ ਮਾਸ਼ਕੀ ਜੋ ਮਲਾਹ ਸੀ, ਦਰਿਆ ਦੇ ਕਿਨਾਰੇ ਰਹਿੰਦਾ, ਉਹਦੇ ਘਰੇ ਕੱਟੀ। ਇਸੇ ਪ੍ਰਕਾਰ ਫਿਰ ਦੂਸਰੀ ਰਾਤ ਇੱਕ ਝਿੜੀ ਦੇ ਅੰਦਰ ਕੋਲੇ ਪਾਣੀ ਦਾ ਤਲਾਅ ਸੀ, ਜਿੱਥੇ ਅੱਜ ਗੁਰਦੁਆਰਾ ਐਮਾ ਸਾਹਿਬ ਕਰਕੇ ਹੈ। ਉਹ ਬੜਾ ਗੁਪਤ ਜਿਹਾ ਅਸਥਾਨ ਹੈ। ਜਦੋਂ ਦਰਸ਼ਨ ਕਰਨ ਜਾਂਦੇ ਹਾਂ ਅਤੇ ਉਹਦਾ ਬਹੁਤਾ ਨਹੀਂ ਪਤਾ ਚੱਲਦਾ। ਉੱਥੇ ਦੂਸਰੀ ਰਾਤ ਸਾਹਿਬਜ਼ਾਦਿਆਂ ਨੇ ਕੱਟੀ ਹੈ। ਉੱਥੋਂ ਫਿਰ ਅੱਗੇ ਗੰਗੂ ਬ੍ਰਾਹਮਣ ਆਪਣੇ ਘਰ ਦੇ ਅੰਦਰ ਲੈ ਗਿਆ। ਤੀਸਰੀ ਰਾਤ ਇਹਦੇ ਘਰ ਦੇ ਅੰਦਰ ਕੱਟੀ। ਅਤੇ ਇਹ ਅੰਦਰੋਂ ਜਿਹੜਾ ਸੀ ਉਹ ਲਾਲਚੀ ਸੀ। ਸਤਿਗੁਰਾਂ ਨੇ ਜਿਵੇਂ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਹਨ, ਲੋਭੀ ਕਾਵੇ ਸਾਹੋ ਨ ਕੀਚੈ, ਕਿ ਜਿਹੜੇ ਲੋਭੀ ਆਦਮੀ ਹਨ, ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ। ਇਹ ਮਾਇਆ ਦਾ ਲਾਲਚੀ ਸੀ ਗੰਗੂ ਬ੍ਰਾਹਮਣ, ਅਤੇ ਇਹਨੇ ਰਾਤ ਦੇ ਸਮੇਂ ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਘਰ ਦੇ ਅੰਦਰ ਰੱਖਿਆ। ਪਹਿਲਾਂ ਇਹਨੇ ਆਪਣੀ ਮਾਤਾ ਦੇ ਨਾਲ ਸਲਾਹ ਕੀਤੀ ਕਿ ਇਹਨਾਂ ਨੂੰ ਖਾਣੇ ਦੇ ਅੰਦਰ, ਭੋਜਨ ਦੇ ਅੰਦਰ ਤੂੰ ਜ਼ਹਿਰ ਪਾ ਦੇ, ਇਹਦੀ ਮਾਤਾ ਸੋਭੀ ਨਾਮ ਕਰਕੇ। ਪਰ ਉਹ ਮਾਤਾ ਨੇ ਇਹ ਪਾਪ ਕਮਾਉਣ ਤੋਂ ਇਨਕਾਰ ਕੀਤਾ। ਫਿਰ ਰਾਤ ਦੇ ਸਮੇਂ ਇਹਨੇ ਚੋਰੀ ਜਿਹੜੀ ਮੋਹਰਾਂ ਦੀ ਥੈਲੀ ਸੀ ਉਸ ਨੂੰ ਚੱਕਿਆ ਅਤੇ ਬਾਹਰ ਕਿਤੇ ਦੂਰ ਜਾ ਕੇ ਮਿੱਟੀ ਪੁੱਟ ਕੇ ਟੋਆ ਕੱਢ ਕੇ ਨੱਪ ਆਇਆ। ਅਤੇ ਜਦੋਂ ਵਾਪਸ ਆਇਆ ਰਾਤ ਦੇ ਸਮੇਂ ਆ ਕੇ ਸੌਂ ਗਿਆ। ਮਾਤਾ ਜੀ ਸਭ ਕੁਝ ਜਾਣਦੇ ਸਨ, ਉਹਨਾਂ ਨੇ ਵੇਖ ਲਿਆ ਸੀ। ਜਦੋਂ ਦਿਨ ਚੜ੍ਹਿਆ ਅਤੇ ਸਵੇਰ ਹੁੰਦਿਆਂ ਹੀ ਮਾਤਾ ਜੀ ਕਹਿਣ ਲੱਗੇ ਗੰਗੂ ਬ੍ਰਾਹਮਣ ਨੂੰ ਕਿ ਜਿਹੜੀ ਮਾਇਆ ਹੈ ਉਸ ਨੂੰ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖ ਲਾ, ਫਿਰ ਕਿਤੇ ਕੰਮ ਆਏਗੀ। ਅਤੇ ਇਹਨੇ ਜਦੋਂ ਇਹ ਸੋਚਿਆ ਵੀ ਮਾਤਾ ਨੂੰ ਤਾਂ ਪਤਾ ਲੱਗ ਗਿਆ, ਫਿਰ ਇਸ ਨੇ ਸੱਚੇ ਬਣਨ ਵਾਸਤੇ ਅਤੇ ਬੜੀ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਚੋਰ ਪੈ ਗਏ ਘਰ ਦੇ ਅੰਦਰ। ਮਾਤਾ ਜੀ ਨੇ ਸਮਝਾਇਆ ਕਿ ਰੌਲਾ ਨਾ ਪਾ, ਸ਼ੋਰ ਨਾ ਕਰ, ਜੇ ਲੋਕ ਇਕੱਠੇ ਹੋ ਗਏ ਪਤਾ ਚੱਲ ਜਾਏਗਾ, ਕੋਈ ਅੱਗੇ ਜਾ ਕੇ ਸ਼ਿਕਾਇਤ ਕਰ ਦੇਗਾ। ਪਰ ਇਹਨੇ ਕੀ ਕੀਤਾ, ਇਹਨੇ ਬੜੀ ਉੱਚੀ ਦੇ ਨਾਲ ਰੌਲਾ ਪਾਇਆ ਅਤੇ ਨਾਲ ਇਹ ਵੀ ਕਿਹਾ ਕਿ ਇੱਕ ਮੈਂ ਤੁਹਾਨੂੰ ਘਰ ਦੇ ਵਿੱਚ ਰੱਖਿਆ, ਇੰਨੀ ਵਿਪਤਾ ਦੇ ਸਮੇਂ ਦੀ ਹਕੂਮਤ ਦੇ ਨਾਲ ਮੱਥਾ ਲਾਉਣ ਵਾਲੀ ਗੱਲ ਹੈ ਕਿ ਇੱਕ ਬਾਗੀਆਂ ਨੂੰ ਪਨਾਹ ਦਿੱਤੀ ਹੈ ਅਤੇ ਤੁਸੀਂ ਮੈਨੂੰ ਚੋਰ ਬਣਾਇਆ ਹੈ। ਉਸ ਸਮੇਂ ਫਿਰ ਇਹਨੇ ਕਾਫੀ ਰੌਲਾ ਜਦੋਂ ਪਾਇਆ, ਪਿੰਡ ਦੇ ਲੋਕ ਆਏ। ਉਹਦੇ ਨਾਲ ਹੀ ਜਿਹੜਾ ਕੋਈ ਪਿੰਡ ਦਾ ਚੌਧਰੀ ਸੀ ਉਹ ਵੀ ਆਇਆ। ਜਦੋਂ ਉਹਨੇ ਵੇਖਿਆ ਅਤੇ ਪੁੱਛ-ਗਿੱਛ ਕੀਤੀ ਅਤੇ ਪਤਾ ਚੱਲਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਹਨ ਅਤੇ ਨਾਲ ਉਹਨਾਂ ਦੇ 2 ਸਪੁੱਤਰ ਹਨ ਛੋਟੇ। ਫਿਰ ਇਹ ਜਿਹੜਾ ਚੌਧਰੀ ਸੀ ਅਤੇ ਗੰਗੂ ਬ੍ਰਾਹਮਣ, ਇਹ ਦੋਵੇਂ ਫਿਰ ਨੇੜੇ ਜਿਹੜਾ ਠਾਣਾ ਪੈਂਦਾ ਸੀ ਮੋਰਿੰਡੇ ਸ਼ਹਿਰ ਦੇ ਅੰਦਰ, ਉੱਥੋਂ ਦੇ ਜਿਹੜੇ 2 ਸਿਪਾਹੀ ਸਨ, ਜਾਨੀ ਖਾਂ ਅਤੇ ਮਾਨੀ ਖਾਂ, ਉਹਨਾਂ ਦੇ ਕੋਲ ਜਾ ਕੇ ਗੰਗੂ ਬ੍ਰਾਹਮਣ ਨੇ ਅਤੇ ਉਸ ਚੌਧਰੀ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਸਾਡੇ ਘਰ ਦੇ ਅੰਦਰ, ਸਾਡੇ ਪਿੰਡ ਦੇ ਅੰਦਰ ਜਿਨ੍ਹਾਂ ਨੂੰ ਤੁਸੀਂ ਲੱਭਦੇ ਹੋ ਉਹਨਾਂ ਦੇ ਮਾਤਾ ਜੀ ਹਨ ਅਤੇ ਉਹਨਾਂ ਦੇ ਬੱਚੇ ਹਨ। ਉੱਥੋਂ ਫਿਰ ਜਿਹੜੇ ਉਹ ਸਿਪਾਹੀ ਸਨ ਉਹ ਆਪਣੀ ਪੁਲਿਸ ਨੂੰ ਲੈ ਕੇ ਇਸ ਗੰਗੂ ਬ੍ਰਾਹਮਣ ਦੇ ਘਰ ਨੂੰ ਉਹਨਾਂ ਨੇ ਘੇਰਾ ਪਾ ਲਿਆ। ਘੇਰਾ ਪਾ ਕੇ ਅੰਦਰੋਂ ਪੁੱਛ-ਗਿੱਛ ਕਰਕੇ ਕਿ ਕੌਣ ਹੋ ਤੁਸੀਂ, ਅਤੇ ਸਾਹਿਬਜ਼ਾਦਿਆਂ ਨੇ ਬੜੀ ਗਰਜਵੀਂ ਆਵਾਜ਼ ਦੇ ਅੰਦਰ ਜਵਾਬ ਦਿੱਤਾ ਕਿ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਪੁੱਤਰ ਹਾਂ, ਇਹ ਸਾਡੀ ਦਾਦੀ ਮਾਤਾ ਗੁਜਰ ਕੌਰ ਹੈ। ਫਿਰ ਉਸੇ ਸਮੇਂ ਹੀ ਸਿਪਾਹੀਆਂ ਨੇ ਸਾਹਿਬਜ਼ਾਦਿਆਂ ਦੇ
ਹੱਥਾਂ ਦੇ ਅੰਦਰ ਵੀ ਕੜੀਆਂ ਲਾ ਦਿੱਤੀਆਂ, ਪੈਰਾਂ ਦੇ ਅੰਦਰ ਵੀ ਬੇੜੀਆਂ ਲਾ ਦਿੱਤੀਆਂ। ਤੇ ਉੱਥੋਂ ਇਹਦੇ ਘਰ ਤੋਂ ਲੈ ਕੇ ਤੇ ਪਿੰਡ ਤੋਂ ਬਾਹਰ ਜਿਹੜਾ ਕੋਈ ਗੱਡਾ ਸੀ ਬਲਦਾਂ ਵਾਲਾ, ਉਸ ਸਮੇਂ ਗੱਡੇ ਹੁੰਦੇ, ਗੱਡਿਆਂ ਦੇ ਉੱਤੇ ਆਉਂਦੇ ਜਾਂਦੇ, ਉਸ ਗੱਡੇ ਤੱਕ ਤੋਰ ਕੇ ਸਾਰੇ ਨਗਰ ਦੇ ਵਿੱਚੋਂ ਲੈ ਕੇ ਆਏ। ਜਿੰਨੇ ਪਿੰਡ ਦੇ ਲੋਕ ਸਨ ਉਹ ਗਲੀਆਂ ਦੇ ਵਿੱਚ ਆ ਕੇ, ਕੋਈ ਆਪਣੇ ਘਰਾਂ ਦੀਆਂ ਕੰਧਾਂ 'ਤੇ ਬਹਿ ਕੇ ਇਕੱਠੇ ਹੋ ਕੇ ਵੇਖਦੇ ਆ ਵੀ ਇਹ ਕੌਣ ਜਾ ਰਿਹਾ। ਸਾਹਿਬਜ਼ਾਦਿਆਂ ਦੇ ਚਿਹਰੇ ਦਾ ਜਲਾਲ ਵੇਖ ਵੇਖ ਕੇ ਲੋਕ ਗੱਲਾਂ ਕਰਦੇ ਆ ਵੀ ਇਹ ਕੋਈ ਆਮ ਬਾਲਕ ਨਹੀਂ ਲੱਗਦੇ, ਇਹ ਤਾਂ ਕਿਸੇ ਰੰਗੀ ਰੂਹ ਦੇ ਹੀ ਪਰਮੇਸ਼ਰ ਦੀ ਬੰਦਗੀ ਵਾਲੇ ਖੁਦਾ ਦੇ ਭੇਜੇ ਹੋਏ ਕੋਈ ਬੱਚੇ ਹਨ। ਇਸੇ ਪ੍ਰਕਾਰ ਫਿਰ ਚਲਦਿਆਂ ਇਹ ਜਿਹੜਾ ਜਾਨੀ ਖਾਂ ਅਤੇ ਮਾਨੀ ਖਾਂ ਸੀ, ਇਹਨਾਂ ਨੇ ਫਿਰ ਜਿਹੜਾ ਮੋਰਿੰਡੇ ਦਾ ਠਾਣਾ, ਜਿੱਥੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਹੈ, ਉਹ ਉਸ ਸਮੇਂ ਠਾਣਾ ਹੋਇਆ ਕਰਦਾ ਇਹਨਾਂ ਦਾ, ਉੱਥੇ ਸਾਰੀ ਰਾਤ ਫਿਰ ਉੱਥੇ ਰੱਖਿਆ। ਅਗਲੇ ਦਿਨ ਜਿਹੜੇ ਇਹ ਸਿਪਾਹੀ ਸਨ, ਜਾਨੀ ਖਾਂ ਅਤੇ ਮਾਨੀ ਖਾਂ, ਇਹਨਾਂ ਨੇ ਫਿਰ ਅੱਗੇ ਜਿਹੜਾ ਸਰਹੰਦ ਦਾ ਸੂਬਾ ਵਜੀਦ ਖਾਂ ਹੈ, ਉਹਦੇ ਪਾਸ ਜਾ ਕੇ ਦੱਸਣਾ ਚਾਹਿਆ ਵੀ ਉੱਥੋਂ ਸਾਨੂੰ ਇਨਾਮ ਮਿਲਣਗੇ, ਕਿਉਂਕਿ ਅਸੀਂ ਜੋ ਸਰਕਾਰ ਦਾ ਬਾਗੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਦੇ ਪੁੱਤਰਾਂ ਨੂੰ ਕੈਦ ਕਰ ਲਿਆ, ਮਾਤਾ ਉਹਦੀ ਨੂੰ ਕੈਦ ਕਰ ਲਿਆ, ਵੀ ਉਹਨਾਂ ਨੂੰ ਵੀ ਇਹ ਸੀ ਵੀ ਇਨਾਮ ਪ੍ਰਾਪਤ ਹੋਏਗਾ ਅਤੇ ਅਸੀਂ ਚੰਗੀ ਮਾਇਆ ਲੈ ਲਵਾਂਗੇ। ਇਹਨਾਂ ਨੇ ਇੱਕ ਨੇ ਉੱਥੇ ਹੀ ਪਹਿਰਾ ਰੱਖਿਆ ਅਤੇ ਇੱਕ ਸੀ ਜਿਹੜਾ ਉਹ ਸਰਹੰਦ ਨੂੰ ਚਲਿਆ ਗਿਆ। ਅਤੇ ਉੱਧਰ ਜਿਹੜਾ ਸਰਹੰਦ ਦਾ ਵਜੀਦਾ ਸੀ, ਉਹਦੀਆਂ ਵੀ ਫੌਜਾਂ ਲੱਭਦੀਆਂ ਫਿਰਦੀਆਂ ਸਨ। ਉਹਨੂੰ ਪਹਿਲਾਂ ਹੀ ਪਤਾ ਚੱਲ ਗਿਆ ਕਿ ਸਾਹਿਬਜ਼ਾਦੇ ਅਤੇ ਮਾਤਾ ਜੀ ਇੱਥੇ ਮੋਰਿੰਡੇ ਦੇ ਅੰਦਰ ਇੱਕ ਠਾਣੇ ਦੇ ਅੰਦਰ ਕੈਦ ਹਨ। ਉਹਨੇ ਆਪਣੇ ਸਿਪਾਹੀ ਜਿਹੜੇ ਸਨ ਉਹ ਪਹਿਲਾਂ ਹੀ ਆਪਣੀ ਇੱਕ ਟੁਕੜੀ ਦੇ ਕੇ ਇੱਧਰ ਨੂੰ ਭੇਜ ਦਿੱਤੇ ਕਿ ਸਾਹਿਬਜ਼ਾਦਿਆਂ ਨੂੰ ਵੀ ਅਤੇ ਮਾਤਾ ਨੂੰ ਵੀ ਇੱਥੇ ਸਰਹੰਦ ਦੇ ਅੰਦਰ ਲੈ ਕੇ ਆਓ। ਉੱਥੋਂ ਫਿਰ ਜਿਹੜੇ ਇਹਦੇ ਸਿਪਾਹੀ ਭੇਜੇ ਹੋਏ ਸਨ, ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਮੋਰਿੰਡੇ ਠਾਣੇ ਤੋਂ ਸਰਹੰਦ ਵੱਲ ਨੂੰ ਲੈ ਤੁਰੇ। ਅਤੇ ਰਸਤੇ ਦੇ ਅੰਦਰ ਕੋਈ ਭੋਜਨ ਨਹੀਂ, ਕੋਈ ਪਾਣੀ ਨਹੀਂ, ਭੁੱਖਣ ਭਾਣੇ ਦੋਵੇਂ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਇਹ ਬਿਖੜਾ ਪੈਂਡਾ ਸਫ਼ਰ ਤੈਅ ਕਰਦੇ ਹੋਏ ਜਦੋਂ ਸਰਹੰਦ ਦੇ ਅੰਦਰ ਪਹੁੰਚੇ ਅਤੇ ਸਰਹੰਦ ਤੋਂ ਬਾਰ-ਬਾਰ ਉਹਨਾਂ ਨੇ ਆਪਣੇ ਗੱਡੇ ਰੋਕੇ ਅਤੇ ਇੱਕ ਬੰਦਾ ਭੇਜਿਆ, ਇੱਕ ਸਿਪਾਹੀ ਭੇਜਿਆ ਵੀ ਜਾ ਕੇ ਸੂਬੇ ਨੂੰ, ਵਜੀਦ ਖਾਂ ਨੂੰ ਪੁੱਛੋ ਵੀ ਇਹਨਾਂ ਨੂੰ ਰੱਖਣਾ ਕਿੱਥੇ ਹੈ। ਉਸ ਸਮੇਂ ਜਿਹੜਾ ਸੁੱਚਾ ਨੰਦ ਸੀ, ਜਿਹੜਾ ਇਹਨਾਂ ਦਾ ਅੱਗੇ ਖਬਰਾਂ ਦੇਣ ਵਾਲਾ ਖਬਰੀ ਸੀ, ਉਹ ਸੁੱਚਾ ਨੰਦ ਜਦੋਂ ਆਇਆ ਅਤੇ ਪਹਿਲਾਂ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਅਨੰਦਪੁਰ ਸਾਹਿਬ ਵੀ ਆਉਂਦਾ ਜਾਂਦਾ ਸੀ। ਜਦੋਂ ਮਾਤਾ ਜੀ ਨੇ ਵੇਖਿਆ ਕਿ ਇਹ ਤਾਂ ਸੁੱਚਾ ਨੰਦ ਹੈ ਅਤੇ ਮਾਤਾ ਜੀ ਨੂੰ ਇਉਂ ਲੱਗਿਆ ਵੀ ਇਹ ਕੁਝ ਮਦਦ ਕਰੇਗਾ, ਹੁਣ ਇਹ ਸਾਨੂੰ ਇੱਥੋਂ ਬਚਾ ਲਏਗਾ, ਬੱਚਿਆਂ ਨੂੰ ਕੱਢ ਦੇਵੇਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਿਲਾ ਦੇਵੇਗਾ, ਕਿਉਂਕਿ ਗੰਗੂ ਨੇ ਵੀ ਪਹਿਲਾਂ ਇਹੀ ਵਾਅਦਾ ਕੀਤਾ ਸੀ ਅਤੇ ਗੰਗੂ ਨੇ ਵੀ ਉਹ ਧੋਖਾ ਕੀਤਾ। ਇਸੇ ਤਰ੍ਹਾਂ ਜਦੋਂ ਇਹ ਸੁੱਚਾ ਨੰਦ ਆਇਆ ਅਤੇ ਇਹਦੇ ਅੰਦਰ ਵੀ ਈਰਖਾ ਸੀ, ਇਹਦੇ ਅੰਦਰ ਵੀ ਵੈਰ ਸੀ। ਜਿਵੇਂ ਦੀਵਾਨ ਚੰਦੂ ਨੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਈ ਆਪਣੀ ਲੜਕੀ ਦਾ ਰਿਸ਼ਤਾ ਭੇਜਿਆ ਸੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਸੀ ਅਤੇ ਉਹਨੇ ਵੀ ਫਿਰ ਉਹ ਈਰਖਾ 'ਚ ਆ ਕੇ, ਵੈਰ 'ਚ ਆ ਕੇ ਜਹਾਂਗੀਰ ਦੇ ਕੋਲ ਜਾ ਕੇ ਅਤੇ ਆਪਣੇ ਕੋਲੋਂ ਗੱਲਾਂ ਬਣਾ ਕੇ ਗੁਰੂ ਘਰ ਦੀ ਵਿਰੋਧਤਾ ਕੀਤੀ ਸੀ। ਉਸੇ ਤਰ੍ਹਾਂ ਹੀ ਇਹ ਸੁੱਚਾ ਨੰਦ ਸੀ ਜਿਹੜਾ ਇਹ ਵੀ ਆਪਣੀ ਲੜਕੀ ਦਾ ਰਿਸ਼ਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਵਾਸਤੇ ਲੈ ਕੇ ਗਿਆ ਸੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਸੀ ਕਿ ਇਹ ਮੁਸਲਮਾਨ ਜਿਹੜੇ ਹਨ, ਸਮੇਂ ਦੀਆਂ ਹਕੂਮਤਾਂ ਜਿਹੜੀਆਂ ਉਹਨਾਂ ਦੇ ਨਾਲ ਮਿਲੇ ਹੋਏ ਆ ਅਤੇ ਇਹ ਉਹਨਾਂ ਦੇ ਅਧੀਨ ਚੱਲਦੇ, ਇਹਨਾਂ ਦਾ ਕੋਈ ਦੀਨ ਧਰਮ ਹੈ ਨਹੀਂ। ਜਦੋਂ ਇਹ ਜਵਾਬ ਦਿੱਤਾ ਸੀ ਸਤਿਗੁਰਾਂ ਨੇ ਅਤੇ ਇਹਨੇ ਬੜਾ ਗੁੱਸਾ ਕੀਤਾ, ਈਰਖਾ ਕੀਤੀ ਸੀ। ਹੁਣ ਇਹਨੇ ਉਹ ਸਮਾਂ ਹੱਥ ਆ ਗਿਆ
ਇਹਨੇ ਜਾਣਸਾਰ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਕਹਿਣ ਲੱਗਿਆ ਜਾ ਕੇ ਵੀ ਵਜੀਦ ਖਾਂ ਦਾ ਸਰਹੰਦ ਦੇ ਸੂਬੇ ਦਾ ਇਹ ਹੁਕਮ ਹੈ ਕਿ ਮਾਤਾ ਗੁਜਰ ਕੌਰ ਜੀ ਨੂੰ ਤਾਂ ਠੰਡੇ ਬੁਰਜ ਦੇ ਅੰਦਰ ਲੈ ਜਾਓ, ਪਰ ਜਿਹੜੇ ਇਹ ਸਾਹਿਬਜ਼ਾਦੇ ਹਨ ਇਹਨਾਂ ਨੂੰ ਹੁਣੇ ਸਰਹੰਦ ਦੇ ਸੂਬੇ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਅਤੇ ਉਹ ਠੰਡਾ ਬੁਰਜ ਜਿਹਦੀਆਂ ਆਲੇ ਦੁਆਲੇ ਕੰਧਾਂ ਨਹੀਂ ਸਨ, ਕੇਵਲ ਪਿੱਲਰ ਸਨ, ਬੁਰਜੀਆਂ ਸਨ, ਅਤੇ ਬੜੀ ਉੱਚੀ ਜਗ੍ਹਾ 'ਤੇ ਉਹ ਬਣਾਇਆ ਹੋਇਆ। ਅਤੇ ਕਿਉਂਕਿ ਨਾਲ ਉਹਦੇ ਦਰਿਆ ਚੱਲਦਾ ਸੀ ਉਸ ਸਮੇਂ, ਅਤੇ ਠੰਡੀ ਹਵਾ ਉੱਥੇ ਆਉਂਦੀ। ਗਰਮੀਆਂ ਦੇ ਦਿਨਾਂ 'ਚ, ਜੇਠ ਹਾੜ੍ਹ ਦੇ ਦਿਨਾਂ 'ਚ ਜਿਹੜਾ ਇਹ ਸੂਬਾ ਸੀ ਵਜੀਦ ਖਾਂ ਉੱਥੇ ਆਪਣੀ ਕਚਹਿਰੀ ਲਾਉਂਦਾ, ਉੱਥੇ ਬੈਠਦਾ। ਅਤੇ ਦੱਸਦੇ ਹਨ ਕਿ ਜੇਠ ਹਾੜ੍ਹ ਦੇ ਦਿਨਾਂ 'ਚ ਵੀ ਉੱਥੇ ਇੰਨੀ ਠੰਡ ਹੋ ਜਾਂਦੀ ਸੀ, ਐਸਾ ਉਸ ਤਰੀਕੇ ਦੇ ਨਾਲ ਬਣਾਇਆ ਹੋਇਆ ਸੀ। ਪਰ ਇਹਨਾਂ ਦਿਨਾਂ ਦੇ ਅੰਦਰ, ਪੋਹ ਦੇ ਦਿਨਾਂ ਦੇ ਅੰਦਰ ਕਿੰਨੀ ਠੰਡ ਹੋਏਗੀ ਉੱਥੇ, ਇਹਦਾ ਅੰਦਾਜ਼ਾ ਕੋਈ ਲਾ ਨਹੀਂ ਸਕਦਾ। ਜਦੋਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਅੰਦਰ ਲੈ ਗਏ ਅਤੇ ਸਾਹਿਬਜ਼ਾਦਿਆਂ ਨੂੰ ਇਸ ਸਰਹੰਦ ਦੇ ਸੂਬੇ ਦੇ ਸਾਹਮਣੇ ਵਜੀਦ ਖਾਂ ਦੇ ਪੇਸ਼ ਕੀਤਾ, ਅਤੇ ਜਦੋਂ ਇਹ ਸਰਹੰਦ ਦਾ ਸੂਬਾ ਤਖ਼ਤ 'ਤੇ ਬੈਠਾ ਹੋਇਆ ਸੀ, ਜਾਣਸਾਰ ਸਾਹਿਬਜ਼ਾਦਿਆਂ ਨੇ ਜੋ ਗੁਰੂ ਘਰ ਦੀ ਰੀਤੀ ਮਰਿਆਦਾ ਹੈ, ਗੁਰ ਫਤਿਹ ਜਿਹੜੀ ਉੱਚੀ ਆਵਾਜ਼ ਦੇ ਅੰਦਰ ਗਜਾਈ। ਅਤੇ ਉਹ ਜਿਹੜੇ ਅਹਿਲਕਾਰ ਸਨ, ਮੰਤਰੀ ਮੰਡਲ ਸੀ ਸਾਰਾ, ਉਹ ਸੁਣ ਕੇ ਵੇਖ ਕੇ ਹੈਰਾਨ ਹੋਇਆ। ਸੁੱਚਾਨੰਦ ਸੀ ਜਿਹੜਾ, ਉਹਨੇ ਵੀ ਆਖਿਆ ਵੀ ਤੁਸੀਂ ਫਤਿਹ ਨਾ ਬੁਲਾਓ ਇੱਥੇ ਤੇ ਸਲਾਮ ਜਿਹੜੀ ਹੈ ਨਾ ਉਹ ਕਬੂਲ ਹੁੰਦੀ ਹੈ, ਅਤੇ ਤੁਸੀਂ ਆਪਣਾ ਸਿਰ ਝੁਕਾ ਕੇ ਅਤੇ ਵਜੀਦੇ ਨੂੰ ਸਲਾਮ ਕਰੋ। ਤਾਂ ਸਾਹਿਬਜ਼ਾਦਿਆਂ ਨੇ ਜਵਾਬ ਦੇ ਦਿੱਤਾ ਕਿ ਸਾਡੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਦੋਂ ਇਹ ਬਚਨ ਕੀਤੇ ਹੈ ਕਿ ਸਿਰ ਜਿਹੜਾ ਉਹ ਗੁਰੂ ਨੂੰ ਸਮਰਪਣ ਕਰ ਦੇਣਾ, ਅਤੇ ਗੁਰੂ ਤੋਂ ਬਿਨਾਂ ਕਿਸੇ ਦੇ ਅੱਗੇ ਸਿਰ ਜਿਹੜਾ ਇਹ ਝੁਕਾਉਣਾ ਨਹੀਂ ਅਤੇ ਨਾ ਝੁਕਦਾ ਹੈ। ਜਦੋਂ ਇਹ ਜਵਾਬ ਦਿੱਤੇ ਸਾਹਿਬਜ਼ਾਦਿਆਂ ਨੇ ਬੜੇ ਨਿਰੁੱਤਰ ਕਰ ਦਿੱਤੇ, ਅਤੇ ਹਰੇਕ ਗੱਲ ਦਾ ਜਵਾਬ ਸਾਹਿਬਜ਼ਾਦਿਆਂ ਨੇ ਬੜੇ ਧੀਰਜ ਦੇ ਨਾਲ ਅਤੇ ਬੜੀ ਚੜ੍ਹਦੀ ਕਲਾ ਦੇ ਨਾਲ ਜਦੋਂ ਦਿੱਤਾ, ਅਤੇ ਸਰਹੰਦ ਦਾ ਜਿਹੜਾ ਸੂਬਾ ਸੀ ਉਹ ਕਹਿਣ ਲੱਗਿਆ ਵੀ ਅੱਜ ਦਾ ਦਿਨ ਇਹਨਾਂ ਨੂੰ ਵਾਪਸ ਠੰਡੇ ਬੁਰਜ ਦੇ ਅੰਦਰ ਮਾਤਾ ਦੇ ਕੋਲ ਛੱਡ ਆਓ, ਅਗਲੀ ਪੇਸ਼ੀ ਦੇ ਅੰਦਰ ਫਿਰ ਇਹਨਾਂ ਦੇ ਨਾਲ ਗੱਲ ਕਰਾਂਗੇ। ਅਤੇ ਜਦੋਂ ਉੱਥੇ ਛੱਡ ਆਂਦਾ ਗਿਆ, ਅਤੇ ਮਾਤਾ ਗੁਜਰ ਕੌਰ ਜੀ ਸਾਰੀ ਰਾਤ ਸਾਹਿਬਜ਼ਾਦਿਆਂ ਨੂੰ ਆਪਣੇ ਦਾਦੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ, ਜਿਵੇਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਧਰਮ ਨਹੀਂ ਛੱਡਿਆ, ਅਤੇ ਆਪਣੇ ਸੀਸ ਦਾ ਕੁਰਬਾਨ ਕਰਕੇ ਹਿੰਦੂ ਧਰਮ ਦੀ, ਤਿਲਕ ਜੰਝੂ ਦੀ ਵੀ ਰਾਖੀ ਕੀਤੀ। ਉੱਥੇ ਇਹਨਾਂ ਮੁਗਲਾਂ ਦੇ ਰਾਜ ਦਾ ਵੀ ਅੰਤ ਕੀਤਾ। ਇਹ ਸਾਰੀਆਂ ਵਾਰਤਾਵਾਂ, ਸਾਰੀਆਂ ਗੱਲਾਂ ਪੁਰਾਣੀਆਂ ਪੜਦਾਦੇ ਗੁਰੂ ਦੀਆਂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਵੇਂ ਜੰਗ ਯੁੱਧ ਲੜੇ, ਇਹ ਸਾਰੀ ਗੁਰੂ ਘਰ ਦੀ ਵਡਿਆਈ ਮਾਤਾ ਜੀ ਸੁਣਾਉਂਦੇ ਸਾਹਿਬਜ਼ਾਦਿਆਂ ਨੂੰ, ਨਾਲ ਨਾਲ ਗੁਰਬਾਣੀ ਦਾ ਪਾਠ ਕੋਲੇ ਬਿਠਾ ਕੇ ਸੁਣਾਉਂਦੇ। ਇਸੇ ਪ੍ਰਕਾਰ ਜਦੋਂ ਪਹਿਲੀ ਪੇਸ਼ੀ ਤੋਂ ਬਾਅਦ ਦੂਸਰੀ ਪੇਸ਼ੀ ਹੋਈ, ਦੂਸਰੀ ਪੇਸ਼ੀ ਵਾਲੇ ਦਿਨ ਜਿਹੜਾ ਸਰਹੰਦ ਦਾ ਸੂਬਾ ਸੀ ਉਸ ਨੇ ਬੜੀ ਸਖਤੀ ਦੇ ਨਾਲ ਜਿਹੜਾ ਹੁਕਮ ਉਹ ਕੀਤਾ ਕਿ ਇਹਨਾਂ ਨੂੰ ਸਖਤੀ ਦੇ ਨਾਲ ਕੁਝ ਨਾ ਕੁਝ ਤਾੜ ਕੇ, ਡਰਾ ਕੇ, ਧਮਕਾ ਕੇ ਮਨਾਓ, ਕਿ ਜੇ ਇਹ ਮੰਨ ਜਾਣ ਤਾਂ ਸਮਝ ਲਓ ਵੀ ਸਾਡੀ ਜਿੱਤ ਹੈ। ਉਸ ਸਮੇਂ ਫਿਰ ਜਿਹੜਾ ਇਹ ਸੁੱਚਾਨੰਦ ਸੀ ਇਹ ਕਾਫੀ ਗੁੱਸੇ ਦੇ ਵਿੱਚ ਆਇਆ। ਇਸ ਨੇ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਵੀ ਸਾਹਿਬਜ਼ਾਦਿਆਂ ਨੂੰ ਸੋਟੀਆਂ ਵੀ ਮਾਰੀਆਂ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਸਭ ਕੁਝ ਕਰਕੇ ਵੇਖ ਲਿਆ, ਸਾਰੇ ਯਤਨ ਕਰ ਲਏ, ਫਿਰ ਇਹਨਾਂ ਨੇ ਲਾਲਚ ਦੇਣਾ ਚਾਹਿਆ ਕਿ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਵਸਤੂਆਂ, ਸਾਰੇ ਸੁੱਖ ਆਰਾਮ ਦਿੰਦੇ। ਅਤੇ ਸਾਹਿਬਜ਼ਾਦੇ ਅੱਗੋਂ ਜਵਾਬ ਦਿੰਦੇ ਸੀ ਕਿ ਇਹ ਸਭ ਕੁਝ ਜਿਹੜੇ ਹਨ ਉਹ ਮੌਤ ਨੂੰ ਰੋਕ ਨਹੀਂ ਸਕਦੇ, ਮੌਤ ਨੇ ਤਾਂ ਆ ਹੀ ਜਾਣਾ, ਚਾਹੇ ਕਿੰਨੇ ਸੁੱਖ ਆਰਾਮ ਭੋਗ ਲਈਏ, ਮੌਤ ਜਿਹੜੀ ਹੈ ਉਹ ਤਾਂ ਅਟੱਲ ਸੱਚਾਈ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਸ ਕਰਕੇ ਆਪਣੇ ਧਰਮ ਨੂੰ ਪਿੱਠ ਦੇ ਕੇ, ਧਰਮ ਤੋਂ ਡਿੱਗ ਕੇ ਮਰਨਾ, ਉਹ ਵੀ ਕੋਈ ਮਰਨਾ ਨਹੀਂ ਹੁੰਦਾ।
ਸੱਚ ਤੇ ਧਰਮ ਲਈ, ਅਣਖ ਤੇ ਗੈਰਤ ਲਈ ਜੂਝ ਕੇ ਮਰ ਜਾਣਾ ਇਹ ਸਭ ਤੋਂ ਉੱਤਮ ਹੈ। ਇਸ ਪ੍ਰਕਾਰ ਇਹ 7 ਤੇ 9 ਸਾਲ ਦੇ ਸਾਹਿਬਜ਼ਾਦੇ ਸਤਿਗੁਰਾਂ ਦੇ ਉਸ ਸਰਹੰਦ ਦੀ ਧਰਤੀ ਦੇ ਅੰਦਰ ਬੜੀ ਕਚਹਿਰੀ ਲੱਗੀ ਹੋਈ ਹੈ। ਸਾਰੇ ਪਾਸੇ ਵੱਡੇ ਵੱਡੇ ਮੰਤਰੀ ਸੰਤਰੀ ਸੂਬਾ ਬੈਠਾ, ਪਰ ਸਾਹਿਬਜ਼ਾਦੇ ਬੜੀ ਚੜ੍ਹਦੀ ਕਲਾ ਦੇ ਨਾਲ ਜਵਾਬ ਦਿੰਦੇ ਆ ਹਰੇਕ ਗੱਲ ਦਾ। ਇਸ ਪ੍ਰਕਾਰ ਦੂਜੀ ਪੇਸ਼ੀ ਤੋਂ ਵੀ ਕੋਈ ਜਦੋਂ ਹੱਥ ਪੱਲਾ ਨਹੀਂ ਇਹਨਾਂ ਦੇ ਲੱਗਿਆ, ਫਿਰ ਇਹਨਾਂ ਨੇ ਵਾਪਸ ਭੇਜ ਦਿੱਤਾ। ਫਿਰ ਅਗਲੇ ਦਿਨ ਜੋ ਕੱਲ੍ਹ ਦਾ ਦਿਨ ਆਉਣਾ, ਉਦਣ ਸਾਹਿਬਜ਼ਾਦਿਆਂ ਦੀ ਜਿਵੇਂ ਸ਼ਹੀਦੀ ਹੋਈ, ਉਹ ਪ੍ਰਸੰਗ ਆਪਾਂ ਕੱਲ੍ਹ ਨੂੰ ਸਾਂਝਿਆ ਕਰਾਂਗੇ।